अस्सलामुअलैकुम वीरो। ਅੱਜ ਦੀ ਦਿਨ ਦੀ ਖਬਰ ਸੀ ਕਿ ਸਿੰਧ ਗਵਰਨਮੈਂਟ ਨੇ ਅਫਗਾਨੀਆਂ ਦੇ ਇਨਕਲਾਬ ਵਾਸਤੇ ਬਕਾਇਦਾ ਦਰਖਾਸਤ ਕਰ ਦਿੱਤੀ ਹੈ ਵਫਾਕੇ ਪਾਕਿਸਤਾਨ ਨੂੰ। ਇਹ ਉਹ ਦਰਖਾਸਤ ਹੈ ਬੁਨਿਆਦੀ ਤੌਰ ਤੇ ਜਿਹੜੀ ਕਿ ਪੰਜਾਬ 'ਚ ਹੋਣੀ ਚਾਹੀਦੀ ਸੀ, ਇਸ ਵਾਸਤੇ ਕਿ ਪੰਜਾਬ 'ਚ ਸਭ ਤੋਂ ਪਹਿਲੇ ਮੀਆਂ ਸ਼ਹਬਾਜ਼ ਸ਼ਰੀਫ ਨੇ ਜਦੋਂ ਜਿਨ੍ਹਾਂ ਦਿਨਾਂ 'ਚ ਬਹੁਤ ਜ਼ਿਆਦਾ ਖੁਦਕੁਸ਼ ਧਮਾਕੇ ਵੀ ਹੋ ਰਹੇ ਸੀ, ਟੈਰਰਿਜ਼ਮ ਬਹੁਤ ਜ਼ਿਆਦਾ ਸੀ, ਉਦੋਂ ਇਹ ਕੰਮ ਸ਼ੁਰੂ ਕੀਤਾ ਸੀ ਇੱਥੇ ਅਫਗਾਨਾਂ ਨੂੰ ਚੈੱਕ ਕਰਨ ਦਾ। ਇੱਥੇ ਖੱਪ ਪਾ ਦਿੱਤੀ ਗਈ ਕਿ ਜੀ ਪਸ਼ਤੂਨ ਪ੍ਰੋਫਾਈਲਿੰਗ ਹੋ ਰਹੀ। ਉਹ ਮੀਆਂ ਸ਼ਹਬਾਜ਼ ਸ਼ਰੀਫ ਦਾ ਜ਼ਿੰਦਗੀ ਦਾ ਇਕਲੌਤਾ ਚੰਗਾ ਕੰਮ ਸੀ ਔਰ ਜਿਹੜਾ ਸ਼ਾਇਦ ਜਿਸ ਵਿੱਚ ਸਾਡੀ ਐਸਟੈਬਲਿਸ਼ਮੈਂਟ ਦੀ ਵੀ ਮਨਸ਼ਾ ਸ਼ਾਮਿਲ ਨਹੀਂ ਸੀ ਔਰ ਮੀਆਂ ਸਾਹਿਬ ਦੀ ਮਰੀਮ ਨਵਾਜ਼ ਦੀ ਤਾਂ ਬਿਲਕੁਲ ਸ਼ਾਮਿਲ ਨਹੀਂ ਸੀ। ਬੜੀ ਕਲੀਅਰ ਸੀ ਕਿਉਂਕਿ ਅਚਕਜ਼ਈ ਦੇ ਕਹਿਣ ਤੇ ਮੀਆਂ ਸਾਹਿਬ ਨੇ ਉਹ ਪਸ਼ਤੂਨ ਪ੍ਰੋਫਾਈਲਿੰਗ ਦਾ ਜਿਹਨੂੰ ਨਾਂ ਦਿੱਤਾ ਗਿਆ ਅਫਗਾਨਾਂ ਨੂੰ ਚੈੱਕ ਕਰਨ ਦਾ, ਉਹ ਰੁਕਵਾ ਦਿੱਤੀ ਸੀ। ਨਾਲ ਮਰੀਮ ਨਵਾਜ਼ ਦੇ ਜਿਹੜੇ ਹਾਮੀ ਨੇ ਨੂਨ ਲੀਗੀਏ ਜਿਹੜੇ ਨਵੇਂ ਲਿਬਰਲ ਹੋਏ ਨੇ ਔਰ ਲਿਬਰਲ ਇੰਜਦੇ ਹੋਏ ਨੇ ਕਿ ਉਹਨਾਂ ਦੇ ਕੋਈ ਕਨਸੈਪਟਸ ਕਲੀਅਰ ਹੀ ਨਹੀਂ ਨੇ, ਉਹ ਨਿਰੇ ਲਿਬਰਲ ਨੇ, ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਇੱਕ ਕੌਮ ਦੇ ਰਾਈਟਸ ਕੀ ਨੇ, ਉਹਨਾਂ ਦਾ ਦਿਫਾ ਕਿੰਜ ਕਰਨਾ ਹੈ। वकास गुराया टाइप लोग, मारवी सरमत टाइप लोग, गुल बुखारी टाइप लोग, एक पासे ये लोग रौला पा दिता कि जी पश्तून प्रोफाइलिंग हो रही, पश्तून प्रोफाइलिंग हो रही। पाकिस्तान और हिंदुस्तान दुनिया ਦੀਆਂ शायद इकलौतियां रियासतां होणगीਆਂ ਜਿਹੜੀਆਂ ਰਿਆਸਤਾਂ ਵੱਢ ਕੇ ਵਜੂਦ 'ਚ ਆਈਆਂ, ਰਿਆਸਤਾਂ ਦੇ ਟੋਟੇ ਕਰਕੇ ਵਜੂਦ 'ਚ ਆਈਆਂ। ਕਾਬਲ ਤਿੱਕਰ ਪਸ਼ਤੂਨ ਬੈਠਾ ਹੈ ਸਾਡੇ ਟ੍ਰਾਈਬਲ ਏਰੀਏ ਤੋਂ ਲੈ ਕੇ। ਇਸੇ ਤਰ੍ਹਾਂ ਪੰਜਾਬ ਜਿਹੜਾ ਹੈ ਤੁਹਾਡੇ ਇਲਮ 'ਚ ਮਸ਼ਰਕੀ ਪੰਜਾਬ, ਮਗਰਬੀ ਪੰਜਾਬ, ਇਹਨਾਂ ਦੋਵਾਂ ਹਿੱਸਿਆਂ 'ਚ ਤੀਜਾ ਕਸ਼ਮੀਰ ਜੇ, ਚੌਥਾ ਜਿਹੜਾ ਸਾਥੋਂ ਵੱਖ ਹੋ ਗਿਆ ਬੰਗਲਾਦੇਸ਼, ਇਹ ਚਾਰ ਵੱਡੇ ਗਏ। ਹੁਣ ਤੁਸੀਂ ਦੱਸੋ ਕਿ ਇਹ ਪੰਜਾਬੀ ਜਿਹੜਾ ਹੈ ਅਗਰ ਉਹਨੇ ਸਿਰ ਤੇ ਪਗੜੀ ਨਾ ਪਾਈ ਹੋਵੇ, ਨਿਰੀ ਦਾੜੀ ਮੋਛੀ ਰੱਖੀ ਹੋਵੇ ਜਾਂ ਨਾ ਰੱਖੀ ਹੋਵੇ, ਤਾਂ ਕੋਈ ਸਿਆਣ ਸਕਦਾ ਹੈ ਕਿ ਉਹ ਹਿੰਦੂ ਹੈ, ਸਿੱਖ ਹੈ ਜਾਂ ਮੁਸਲਮਾਨ ਹੈ ਟੁਰਦੇ ਫਿਰਦੇ ਤੋਂ ਉਹਨੇ ਸ਼ਲਵਾਰ ਕਮੀਜ਼ ਪਾਇਆ ਹੋਵੇ। ਇਸੇ ਤਰ੍ਹਾਂ ਜਿਹੜਾ ਕਾਬਲ ਦਾ ਪਸ਼ਤੂਨ ਹੈ ਔਰ ਉਸ ਤੋਂ ਉਰਾਂ ਬਾਰਡਰ ਤਿੱਕਰ ਜਿਹੜਾ ਵੀ ਪਸ਼ਤੂਨ ਹੈ, ਉਹ ਟ੍ਰਾਈਬਲ ਏਰੀਏ ਦੇ ਪਸ਼ਤੂਨ ਤੋਂ ਤੁਸੀਂ ਵੱਖ ਕਰ ਸਕਦੇ ਹੋ, ਜਦ ਕਿ ਕਬੀਲੇ ਹੀ ਇੱਕ ਨੇ, ਨਸਲਾਂ ਹੀ ਇੱਕ ਨੇ। ਤੁਸੀਂ ਪਸ਼ਤੂਨ ਪ੍ਰੋਫਾਈਲਿੰਗ ਤੋਂ ਬਗੈਰ ਇਹ ਆਈਡੀਆ ਕਰ ਹੀ ਨਹੀਂ ਸਕਦੇ ਕਿ ਅਫਗਾਨੀ ਕੌਣ ਹੈ ਤੇ ਪਾਕਿਸਤਾਨੀ ਪਸ਼ਤੂਨ ਕੌਣ ਹੈ। ਅਫਗਾਨੀ ਤਾਂ ਅਸੀਂ ਸਿੰਬੋਲਿਕ ਇੱਕ ਕਹਿ ਦਿੰਦਾ ਹੈ, ਇੱਕ ਮੂੰਹ ਲਿਹਾਜ਼ ਦੇ ਵਿੱਚ ਗੱਲ ਕਰ ਦਈਦੀ ਹੈ। ਅਦਰਵਾਈਜ਼ ਇਸ ਜਾਂਚ ਦਾ ਪ੍ਰੋਫਾਈਲਿੰਗ ਤੋਂ ਬਗੈਰ ਕੋਈ ਤਰੀਕਾ ਹੀ ਨਹੀਂ। ਸਿੰਧ ਗਵਰਨਮੈਂਟ ਨੇ ਜਿਹੜਾ ਮੁਤਾਲਬਾ ਕੀਤਾ ਉਹ ਕਰਨਗੇ। ਉਹ ਸਾਡੇ ਇਸ ਨੂਨ ਲੀਗ ਦੀ ਕਿਆਦਤ ਤਰ੍ਹਾਂ ਨਾ ਤਾਂ ਇੰਟੈਲੈਕਚੁਅਲੀ ਕਰਪਟ ਨੇ ਕਿ ਫਿਕਰੀ ਦਿਵਾਲੀਆਪਨ ਦਾ ਸ਼ਿਕਾਰ ਨੇ ਔਰ ਨਾ ਹੀ ਉਹ ਏਡੇ ਮਿੱਟੀ ਤੋਂ ਆਪਣੀ ਧਰਤੀ ਤੋਂ ਲਾਤਾਲਕ ਨੇ, ਨਾ ਹੀ ਮੀਆਂ ਸਾਹਿਬ ਤਰ੍ਹਾਂ ਸੈਲਫ ਪਿਟੀ ਦੇ ਮਾਰੇ ਨੇ। ਉਹ ਲਾਜ਼ਮੀ ਕਰਨਗੇ ਔਰ ਉੱਥੇ ਕਿਸੇ ਰੌਲਾ ਨਹੀਂ ਪਾਇਆ, ਕੋਈ ਨੈਟ ਤੇ ਕੋਈ ਮਾਰਵੀ ਸਰਮਦ, ਕੋਈ ਵਿਕਾਸ ਗੁਰਾਇਆ, ਕੋਈ ਗੁਲ ਬੁਖਾਰੀ, ਕੋਈ ਹੋਰ ਜ਼ਾਇਦ ਬਕਰ ਜਿਹੜਾ ਉਹ ਪਸ਼ਤੂਨ ਪ੍ਰੋਫਾਈਲਿੰਗ ਦੀ ਗੱਲ ਨਹੀਂ ਕਰ ਰਿਹਾ। ਜਦੋਂ ਲਾਹੌਰ 'ਚ ਅਫਗਾਨ ਬਸਤੀਆਂ ਚੈੱਕ ਕੀਤੀਆਂ ਗਈਆਂ ਤੇ ANP ਤਿੱਕਰ ਉਹਨਾਂ ਦੀ ਵਫਾਕੀ ਕਿਆਦਤ ਤਿੱਕਰ ਅਫਰਾਜ਼ ਸਾਹਿਬ ਖਟਕ, ਅਸਵੰਜਾਰ, ਮੀਆਂ ਇਫਤਖਾਰ ਹੁਸੈਨ ਸਾਹਿਬ, ਸਾਰੇ ਪਸ਼ਤੂਨ ਪ੍ਰੋਫਾਈਲਿੰਗ ਹੋ ਰਹੀ ਜੀ, ਪਸ਼ਤੂਨ ਪ੍ਰੋਫਾਈਲਿੰਗ ਹੋ ਰਹੀ। ਉਹ ਯਾਰ ਜਦੋਂ ਕੌਮ ਇੱਕ ਹੈ ਤੇ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਕਿ ਇਹ ਬੰਦਾ ਪਾਕਿਸਤਾਨੀ ਪਸ਼ਤੂਨ ਹੈ ਜਾਂ ਕਾਬਲੀ ਪਸ਼ਤੂਨ ਹੈ, ਅਫਗਾਨ ਪਸ਼ਤੂਨ ਹੈ? ਇਹਦਾ ਹੋਰ ਤਰੀਕਾ ਹੀ ਕੋਈ ਨਹੀਂ। ਇਸੇ ਤਰ੍ਹਾਂ ਤੁਸੀਂ ਚੈੱਕ ਕਰੋਗੇ ਤੇ ਫਿਰ ਪੂਰਾ ਬਾਇਓਡਾਟਾ ਲਓਗੇ 3-4 ਨਸਲਾਂ ਦਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਹੁਣ ਜਾਲੀ ਸ਼ਨਾਖਤੀ ਕਾਰਡ ਇੰਨਾ ਬਣਿਆ ਔਰ ਮੀਆਂ ਸਾਹਿਬ ਦੀ ਮਿਹਰਬਾਨੀ ਨਾਲ ਖੈਰ ਅਸਲੀ ਸ਼ਨਾਖਤੀ ਕਾਰਡ ਵੀ ਲੈਜਿਟਿਮੇਟ ਕੀਤਾ ਇਹਨਾਂ ਅਚਕਜ਼ਈ ਦੇ ਕਹਿਣ ਤੇ, ਔਰ ਸਿੰਧ 'ਚ ਉਹਨਾਂ ਇਹ ਵੀ ਕਿਹਾ ਕਿ ਜੀ ਜਾਲੀ ਸ਼ਨਾਖਤੀ ਕਾਰਡ ਇੰਨਾ ਜ਼ਿਆਦਾ ਨਾਦਰਾ ਕੋਲੋਂ ਬਣ ਗਿਆ ਕਿ ਹੁਣ ਸਿੰਧੀਆਂ ਵਾਸਤੇ ਨੌਕਰੀਆਂ ਦਾ ਮਸਲਾ ਆਉਣਾ ਸ਼ੁਰੂ ਹੋ ਗਿਆ। ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬੀ, ਤੁਸੀਂ ਨੌਕਰੀਆਂ ਤੁਹਾਡੇ ਕੋਲ ਹੈ ਨੇ? ਇਹ ਨੂਨ ਲੀਗੀਆਂ ਤੋਂ ਮੈਂ ਪੁੱਛਣਾ ਔਰ ਇਹ ਇਮਰਾਨੀਆਂ ਤੋਂ ਪੁੱਛਣਾ ਮੈਂ, ਤੁਹਾਡੇ ਕੋਲ ਨੌਕਰੀਆਂ ਹੈ ਨੇ ਪੰਜਾਬ 'ਚ? ਕਿਆ ਤੁਹਾਡੇ ਲਾਹੌਰ ਤੋਂ ਲੈ ਕੇ ਗੁਜਰਾਂਵਾਲੇ ਤੱਕ 40% ਬਿਜ਼ਨਸ ਦੇ ਉੱਤੇ ਇਸ ਵਕਤ ਪਸ਼ਤੂਨ ਕਾਬਜ਼ ਨਹੀਂ ਹੈ? ਉਸ ਪਸ਼ਤੂਨ ਦੇ ਬਾਰੇ ਤੁਹਾਡੇ ਕੋਲ ਕੀ ਗਾਰੰਟੀ ਹੈ ਕਿ ਉਹ ਸਰਹੱਦ ਤੋਂ ਇਧਰ ਦੇ ਪਾਸੇ ਦਾ ਪਸ਼ਤੂਨ ਹੈ ਜਾਂ ਪਾਰਲੇ ਪਾਸੇ ਦਾ ਪਸ਼ਤੂਨ ਹੈ? ਕੋਈ ਹੈ ਗਾਰੰਟੀ ਇਸ ਗੱਲ ਦੀ? ਤੁਹਾਨੂੰ ਕੋਈ ਕਾਰੋਬਾਰ ਕਰਨ ਦਿੰਦਾ ਹੈ ਉੱਥੇ? ਤੁਸੀਂ ਤਾਂ ਪੰਜਾਬੀ ਇੱਥੋਂ ਇਸ ਪਾਸੇ ਦੇ ਹੋ ਨਾ, ਜਾ ਕੇ ਫਾਟਾ 'ਚ ਵਜ਼ੀਰਸਤਾਨ 'ਚ ਕਾਰੋਬਾਰ ਕਰਕੇ ਵਿਖਾਓ ਮੈਨੂੰ, ਕੋਈ ਜਨਰਲ ਸਟੋਰ ਖੋਲ ਕੇ ਵਿਖਾਓ। ਖਾਮਖਾਹ ਦੇ ਲਿਬਰਲ ਬਣੇ ਨੇ, ਖਾਮਖਾਹ ਦੇ ਇਹ ਨੂਨ ਲੀਗੀਆਂ ਦੇ ਜ਼ਿਹਨਾਂ 'ਚੋਂ ਮੁਤਾਲਿਆ ਪਾਕਿਸਤਾਨ ਨਹੀਂ ਨਿਕਲ ਸਕਦੀ, ਇਹ ਕਦੀ ਵੀ ਸੁਧਰ ਨਹੀਂ ਸਕਦੇ। ਇਹ ਨਜ਼ਰਿਆਤੀ ਤੌਰ ਤੇ ਕਰਪਟ ਲੋਕਾਂ ਦੀ ਜਮਾਤ ਹੈ ਜਿਹੜੇ ਕਿ ਸਭ ਤੋਂ ਵੱਡੇ ਪੰਜਾਬ ਦੁਸ਼ਮਣ ਇਹ ਨੇ। ਇਹਨਾਂ ਨੂੰ ਬਾਰ-ਬਾਰ ਇੱਥੋਂ 2/3 ਅਕਸਰੀਅਤ ਮਿਲੀ। ਮੀਆਂ ਸ਼ਹਬਾਜ਼ ਸ਼ਰੀਫ ਦਾ ਇਕਲੌਤਾ ਚੰਗਾ ਕੰਮ ਸੀ ਜਿਹਨੂੰ ਨਵਾਜ਼ ਸ਼ਰੀਫ ਨੇ ਔਰ ਮਰੀਮ ਨਵਾਜ਼ ਨੇ ਜ਼ਾਇਆ ਕਰ ਦਿੱਤਾ। ਉਹ ਪਸ਼ਤੂਨ ਪ੍ਰੋਫਾਈਲਿੰਗ ਇੱਥੇ ਹੋਣੀ ਚਾਹੀਦੀ ਸੀ। ਪੰਜਾਬੀ ਇੱਥੋਂ 1 ਕਰੋੜ ਦੇ ਨਜ਼ਦੀਕ ਪੰਜਾਬੀ ਜਿਹੜਾ ਨੌਜਵਾਨ ਉਹ ਕੈਂਪਾਂ 'ਚ ਸੜਦਾ ਫਿਰਦਾ ਬਾਹਰ,
ਜੇਲ੍ਹਾਂ 'ਚ ਸੜਦਾ ਫਿਰਦਾ ਸਿਰਫ ਇਸ ਵਾਸਤੇ ਕਿ ਇੱਥੇ ਰੋਜ਼ਗਾਰ ਨਹੀਂ। ਤੁਸੀਂ ਛੋਟੇ ਪਿੰਡਾਂ 'ਚ ਚਲੇ ਜਾਓ, ਕਸਬਿਆਂ ਦਿਹਾਤਾਂ 'ਚ ਚਲੇ ਜਾਓ, ਉੱਥੇ ਵੀ ਤੁਹਾਨੂੰ ਨਵੀਆਂ ਆਬਾਦੀਆਂ ਨਜ਼ਰ ਆਣਗੀਆਂ, ਨਵੇਂ ਉੱਥੇ ਪਸ਼ਤੂਨਾਂ ਦੇ ਜਿਹੜੇ ਨੇ ਉਹ ਸੈਟਲਮੈਂਟਸ ਬਣ ਰਹੀਆਂ ਨੇ। ਕੋਈ ਛੋਟਾ ਸ਼ਹਿਰ ਐਸਾ ਨਹੀਂ ਜਿੱਥੇ ਪਸ਼ਤੂਨ ਆਬਾਦੀ ਨਹੀਂ ਹੋਗੀ। ਯਾਰ ਅਸੀਂ ਬਿਲਕੁਲ ਨਹੀਂ ਪਸ਼ਤੂਨਾਂ ਦੇ ਖਿਲਾਫ ਜਾਂ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਚੀਜ਼ ਦੇ ਹੱਕ 'ਚ ਨਹੀਂ, ਲੇਕਿਨ ਬਰਾਬਰੀ ਦੀ ਸਤ੍ਹਾ ਤੇ ਕੋਈ ਚੀਜ਼ ਹੁੰਦੀ ਨਾ। ਆਇਆ ਕਿ ਪਾਕਿਸਤਾਨ ਪੰਜਾਬ ਦਾ ਕੋਈ ਜਿਹੜਾ ਪੰਜਾਬੀ ਹੈ ਸਰਮਾਇਆਦਾਰ ਹੈ, ਉਹਨੂੰ ਉੱਥੇ ਇਜਾਜ਼ਤ ਹੈ, ਉਹ ਨਹੀਂ ਉੱਥੇ ਕਰਨ ਦੇਣਗੇ। ਉਹਨੂੰ ਦੂਸਰੇ ਦਿਨ ਉਹਨੂੰ ਕਹਿ ਦੇਣਗੇ ਸਾਡੀਆਂ ਇਕਤਦਾਰ ਦੇ ਖਿਲਾਫ ਹੈ, ਸਾਡੀਆਂ ਰਵਾਇਤ ਦੇ ਖਿਲਾਫ ਨੇ, ਤੂੰ ਆਪਣੀ ਬੱਚੀ ਸਕੂਲੇ ਨਾ ਘੱਲ, ਤੂੰ ਆ ਨਾ ਕਰ, ਤੂੰ ਆ ਨਾ ਕਰ। ਉਹ ਚੌਥੇ ਦਿਨ ਵਿਚਾਰਾ ਉੱਥੋਂ ਆਪਦੇ ਪੈਸੇ ਜ਼ਾਇਆ ਕਰਕੇ ਉੱਠ ਆਏਗਾ। ਸੋ ਰਿਆਸਤਾਂ ਚੱਲਦੀਆਂ ਨੇ ਬਰਾਬਰੀ ਦੀ ਸਤ੍ਹਾ ਤੇ। ਔਰ ਫਿਰ ਜਿੱਥੇ ਇੰਜ ਦਾ ਸਿਲਸਿਲਾ ਹੋਵੇ, ਮਤਲਬ ਹੁਣ ਕੋਈ ਇਥੋਂ ਚੰਡੀਗੜ੍ਹ ਤੋਂ ਉੱਠ ਕੇ ਆ ਜਾਏ ਪੰਜਾਬੀ ਔਰ ਉਹ ਆ ਕੇ ਤੇ ਸਿੱਧਾ ਜਾ ਕੇ ਵਜ਼ੀਰਿਸਤਾਨ ਆਬਾਦ ਹੋ ਜਾਏ, ਜਾਂ ਹੋਰ ਇਹਨਾਂ ਦੀ ਜਿਹੜੇ ਕਬਾਇਲੀ ਇਲਾਕੇ ਨੇ ਉੱਥੇ ਜਾ ਕੇ ਆਬਾਦ ਹੋ ਜਾਏ, ਜਾਂ ਪਿਸ਼ਾਵਰ ਹੀ ਜਿਹੜਾ ਕਿ ਪੰਜਾਬੀਆਂ ਦਾ ਅਸਲ 'ਚ ਸ਼ਹਿਰ ਸੀ ਇਹਨਾਂ ਦਾ ਬਣ ਗਿਆ ਹੁਣ, ਉੱਥੇ ਜਾ ਕੇ ਆਬਾਦ ਹੋ ਜਾਏ, ਤੇ ਇਹ ਕਬੂਲ ਕਰਨਗੇ? ਕਦੀ ਨਹੀਂ ਕਰਨਗੇ। ਸਭ ਤੋਂ ਪਹਿਲੇ ਰੌਲਾ ਪਾ ਦੇਣਗੇ, ਇਹ ਕਹਿਣਗੇ ਪੰਜਾਬ ਲੁੱਟ ਗਿਆ, ਪੰਜਾਬ ਖਾ ਗਿਆ। ਹਾਲਾਂਕਿ ਇਸ ਤੇ ਕਹਾਣੀ ਬਿਲਕੁਲ ਇਸ ਦੇ ਉਲਟ ਹੈ। ਪੰਜਾਬੀ ਟੱਗਾ ਹੈ, ਪੰਜਾਬੀ ਨੂੰ ਆਪਣੀ ਸਮਝ ਨਹੀਂ ਹਕੂਕ ਦੀ, ਉਹ ਬਾਹਰ ਧੱਕੇ ਖਾਂਦਾ ਫਿਰਦਾ ਹੈ, ਉਹ ਸਰਵਿਸ ਕਰਦਾ ਫਿਰਦਾ ਹੈ ਜਿਸ ਦਾ ਉਹਨੂੰ ਫਾਇਦਾ ਕੋਈ ਨਹੀਂ, ਜਿਸ ਦਾ ਨੁਕਸਾਨ ਹੀ ਨੁਕਸਾਨ ਹੈ। ਉਹ ਜਿਵੇਂ ਦੋ ਭਰਾਵਾਂ ਕੋਲ ਮੱਝ ਸੀ ਨਾ, ਇੱਕ ਕੋਲ ਸੇਰਾ ਆ ਗਿਆ, ਇੱਕ ਕੋਲ ਥਾਣਾ ਆ ਗਿਆ। ਉਹ ਥਾਣਾ ਵਾਲਾ ਦੁੱਧ ਪੀਂਦਾ ਸੀ ਤੇ ਸੇਰਾ ਵਾਲਾ ਜਿਹੜਾ ਉਹ ਪੱਠੇ ਪਾਉਂਦਾ ਰਹਿੰਦਾ ਸੀ। ਪੰਜਾਬੀਆਂ ਦਾ ਉਹ ਹਿਸਾਬ ਹੈ, ਅਸੀਂ ਟੱਗੇ ਪੱਠੇ ਪਾਉਣ ਵਾਸਤੇ ਰੱਖੇ ਆ ਇਹਨਾਂ ਨੇ, ਤੇ ਜਦੋਂ ਅਸੀਂ ਦੁੱਧ ਦਾ ਤਕਾਜ਼ਾ ਕਰਨੇ ਆ ਤੇ ਉਦੋਂ ਇਹ ਆਂਦੇ ਨੇ ਜੀ ਇਹ ਮੱਝ ਹੁਣ ਵੱਢੀ ਜਾਏਗੀ। ਇਹ ਸ਼ਊਰ ਦੀ ਅਕਲ ਦੀ ਗੱਲ ਕਰਨੀ ਚਾਹੀਦੀ ਹੈ। ਲੋਕੀ ਇੱਥੇ 73 ਦੇ ਕਨਸਟੀਟਿਊਸ਼ਨ ਤੇ ਇਤਰਾਜ਼ ਕਰਦੇ ਨੇ। ਅਸਲ 'ਚ ਪੂਰਾ ਨਜ਼ਰੀਆ ਪਾਕਿਸਤਾਨ ਓਵਰਆਲ ਹੋਣ ਵਾਲਾ ਹੈ 1947 ਤੋਂ ਲੈ ਕੇ ਹੁਣ ਤੱਕ। ਅਗਰ ਇਸ ਰਿਆਸਤ ਨੂੰ ਮਜ਼ੀਦ ਚੱਲਣਾ ਹੈ, ਇਹਨੇ ਇੱਥੇ ਕੋਈ ਬਹੁਤ ਵੱਡਾ ਇਨਸਾਨੀ ਅਲਮੀਆ ਨਹੀਂ ਅਸੀਂ ਬਰਪਾ ਕਰਨਾ, ਤੇ ਸਾਨੂੰ 47 ਤੇ ਜਾ ਕੇ ਇਹਦੀਆਂ ਬੁਨਿਆਦਾਂ ਠੀਕ ਕਰਨੀਆਂ ਪੈਣਗੀਆਂ, ਨਵੇਂ ਇਮਰਾਨੀ ਮੁਆਹਦੇ ਕਰਨੇ ਪੈਣਗੇ, ਔਰ ਇਹ ਜਿਹੜਾ ਇੱਕ ਦੂਸਰੇ ਦੇ ਵਸਾਇਲ ਦੇ ਉੱਤੇ ਕਬਜ਼ਾ ਕੀਤੀ ਚਲੇ ਜਾਣਾ ਹੈ। ਦੇਖੋ ਸ਼ੁਰੂ 'ਚ ਸਾਡੇ ਕੋਲ ਵਸਾਇਲ ਲਾਮਹਦੂਦ ਸਨ, ਮੈਂ ਹਮੇਸ਼ਾ ਇਹ ਗੱਲ ਕਰਨਾ, ਔਰ ਉਦੋਂ ਸਾਡੇ ਕੋਲ ਰਕਬੇ ਵੀ ਇੰਨੇ ਜ਼ਿਆਦਾ ਸਨ, ਆਬਾਦੀ ਬਹੁਤ ਥੋੜੀ ਸੀ। ਇਸ ਵਾਸਤੇ ਪੰਜਾਬ 'ਚ ਵੀ ਸਿੰਧ 'ਚ ਵੀ ਗੁੰਜਾਇਸ਼ ਸੀ ਕਿ ਲੋਕਾਂ ਨੂੰ ਆਪਣੇ ਅੰਦਰ ਸਮੋ ਸਕਣ। ਹੁਣ ਨਾ ਸਿੰਧ 'ਚ ਗੁੰਜਾਇਸ਼ ਬਚੀ ਏ ਕਿ ਉੱਥੇ ਵੀ ਕੋਈ ਨਵਾਂ ਪੰਜਾਬੀ ਜਾ ਕੇ ਆਬਾਦ ਹੋਏ, ਨਾ ਪੰਜਾਬ 'ਚ ਇੰਨੀ ਗੁੰਜਾਇਸ਼ ਬਚੀ ਏ ਕਿ ਇੱਥੇ ਕੋਈ ਸਿੰਧੀ ਜਾਂ ਕੋਈ ਪਸ਼ਤੂਨ ਆ ਕੇ ਆਬਾਦ ਹੋਏ। ਔਰ ਇਥੋਂ ਦੀਆਂ ਨੌਕਰੀਆਂ ਸਾਡੇ CSP ਆਫੀਸਰ ਜਿਹੜੇ ਨੇ ਉਹ ਅਕਸਰ ਤੋਂ ਜ਼ਿਆਦਾ ਇਸ ਵਕਤ ਪੰਜਾਬ 'ਚ ਪਸ਼ਤੂਨ ਨੇ। ਹੁਣ ਪੰਜਾਬੀ ਕਿੱਥੇ ਗਿਆ ਜੀ? ਸੋ ਇਸ ਚੀਜ਼ ਤੇ ਪੰਜਾਬੀਆਂ ਨੂੰ ਗੌਰ ਕਰਨਾ ਚਾਹੀਦਾ ਹੈ। ਇਹ ਛੋਟੀਆਂ ਛੋਟੀਆਂ ਧੜੇਬੰਦੀਆਂ 'ਚੋਂ ਨਿਕਲ ਕੇ ਅਸਲ ਮੁੱਦਿਆਂ ਤੇ ਔਰ ਆਪਣੀ ਇੰਟੈਲੈਕਚੁਅਲ ਕੈਪੈਸਿਟੀ ਵਧਾਉਣੀ ਚਾਹੀਦੀ ਹੈ, ਆਪਣੀ ਫਿਕਰ, ਆਪਣੀ ਦਾਨਿਸ਼ ਨੂੰ ਇੰਪਰੂਵ ਕਰਨਾ ਚਾਹੀਦਾ ਹੈ, ਆਪਣੀ ਸਿਆਣਤ ਨੂੰ, ਕਿ ਕਿਸ ਤਰ੍ਹਾਂ ਅਸੀਂ ਮਨਹਸਲ ਕੌਮ ਅੱਗੇ ਵਧ ਸਕਨੇ ਹਾਂ, ਕਿਸ ਤਰ੍ਹਾਂ ਅਸੀਂ ਤਰੱਕੀ ਕਰ ਸਕਨੇ ਹਾਂ, ਔਰ ਕਿਸ ਤਰ੍ਹਾਂ ਅਸੀਂ ਆਪਣੇ ਮਫਾਦਾਤ ਦਾ ਤਹਫੁਜ਼ ਕਰ ਸਕਨੇ ਹਾਂ। ਰੱਬ ਰਾਖਾ ਜੀ।